ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਵੇਖੈ ਧਿਆਨ ਲਗਾਏ ਕੈ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਘਰ ਹਾਨਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਧਰਤ ਆਕਾਸ ਚਹੂੰ ਦਿਸ ਜਾਨਾ। ਧਰਤ ਆਕਾਸ ਚਹੂੰ ਦਿਸ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਮੈਂ ਸਿਰਫ ਬਗਦਾਦ ਦੀ ਇੱਕ ਛੋਟੀ ਜਿਹੀ ਘਟਨਾ, ਜੋ ਕਿ ਬੜੀ ਅਹਿਮ ਸੀ, ਔਰ ਉਸ ਇੱਕ ਮੁਲਾਕਾਤ ਨੇ ਲੰਬੇ ਸਮੇਂ ਤੋਂ ਬੰਦਗੀ ਕਰ ਰਹੇ ਫਕੀਰ ਦੇ ਜੀਵਨ ਨੂੰ ਇੱਕ ਨਵੀਂ ਸੇਧ ਦਿੱਤੀ। ਜੀਵਨ ਦਾ ਜਿਹੜਾ ਮਤਲਬ ਸੀ ਉਹਨੂੰ ਸਮਝ ਦੇ ਵਿੱਚ ਆ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਮਰਦਾਨਾ ਜੀ ਹੋਰਾਂ ਦੇ ਨਾਲ ਬਗਦਾਦ ਗਏ, ਤੇ ਬਗਦਾਦ ਦੇ ਵਿੱਚ ਇੱਕ ਪੀਰ ਰਹਿੰਦਾ ਸੀ ਦਸਤਗੀਰ। ਉਸ ਪੀਰ ਨੇ ਉੱਥੇ ਆਪਣੀ ਬੰਦਗੀ ਦਾ, ਆਪਣੀ ਜ਼ਿੰਦਗੀ ਦਾ ਬੜਾ ਲੰਬਾ ਸਮਾਂ ਬਤੀਤ ਕੀਤਾ। ਬੰਦਗੀ ਕਰਦਿਆਂ ਕਰਦਿਆਂ ਜੀਵਨ ਦਾ ਇੱਕ ਬੜਾ ਵੱਡਾ ਹਿੱਸਾ ਉਸ ਥਾਂ 'ਤੇ ਬਤੀਤ ਹੋਇਆ। ਤੇ ਇਸਲਾਮ ਦੇ ਅੰਦਰ ਜਿਹੜਾ ਸੰਗੀਤ ਹੈ ਉਹਨੂੰ ਉਹਨਾਂ ਨੇ ਠੀਕ ਨਹੀਂ ਸਮਝਿਆ। ਜਿਤਨੇ ਵੀ ਸੂਫੀ ਫਕੀਰ ਹੋਏ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਤੇ ਉਹਨਾਂ ਫਕੀਰਾਂ ਨੂੰ, ਸਮਰੱਧ ਵਰਗੇ ਫਕੀਰਾਂ ਨੂੰ ਸ਼ਹੀਦ ਕੀਤਾ ਗਿਆ। ਕਿਉਂਕਿ ਜਿਹੜੇ ਸੂਫੀ ਫਕੀਰ ਸੀ ਉਹ ਸਿਰਫ ਗਾਉਂਦੇ ਸੀ, ਗਾ ਕੇ ਉਸ ਅੱਲਾ ਦੀ ਬੰਦਗੀ ਕਰਦੇ ਸਨ, ਭਾਵੇਂ ਉਹ ਸ਼ਾਹ ਹੁਸੈਨ ਸੀ, ਭਾਵੇਂ ਉਹ ਸਮਰੱਧ ਫਕੀਰ ਸੀ।
ਪਰ ਜਦੋਂ ਬਗਦਾਦ ਦੀ ਧਰਤੀ ਦੇ ਉੱਤੇ ਜਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਾਬਾ ਮਰਦਾਨਾ ਜੀ ਨੂੰ ਕਿਹਾ, ਕਹਿਣ ਲੱਗੇ, ਦਾਨਾ ਜੀ ਬਾਣੀ ਆਈ ਹੈ, ਰਬਾਬ ਵਜਾਓ। ਹੁਣ ਰਬਾਬ ਦੀਆਂ ਤਾਰਾਂ ਛੇੜੀਆਂ ਤੇ ਬਾਬੇ ਨੇ ਸਤਨਾਮ ਦਾ ਆਵਾਜ਼ਾ ਦਿੱਤਾ ਹੈ। ਤੇ ਜਦੋਂ ਸਤਨਾਮ ਦਾ ਆਵਾਜ਼ਾ ਦਿੱਤਾ ਹੈ, ਉੱਥੇ ਕਿਸੇ ਨੂੰ ਗਾਉਣ ਦਾ ਅਧਿਕਾਰ ਹੀ ਨਹੀਂ ਸੀ। ਸੁਨ ਮੁਨ ਨਗਰੀ ਪਈ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਬਚਨ ਹੈ। ਭਾਈ ਗੁਰਦਾਸ ਕਹਿੰਦੇ, ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਸਾਰੀ ਨਗਰੀ ਦੇ ਵਿੱਚ ਸੁੰਨ ਸੀ, ਪਰ ਜਦੋਂ ਕਿਤੇ ਸੰਗੀਤ ਦੀਆਂ ਧੁਨਾਂ ਉੱਥੇ ਗੂੰਜੀਆਂ ਤੇ ਪੀਰ ਹੈਰਾਨ ਹੋ ਗਿਆ। ਕਹਿਣ ਲੱਗੇ, ਕੌਣ ਹੈ? ਕੌਣ ਫਕੀਰ, ਕਿਸਕਾ ਘਰਾਨਾ? ਕਹਿਣਗੇ, ਕਿਹੜੇ ਘਰਾਣੇ ਦਾ ਫਕੀਰ ਹੈ? ਤੇ ਫਿਰ ਦਸਤਗੀਰ ਸਤਿਗੁਰਾਂ ਦੇ ਸਨਮੁਖ ਆਇਆ। ਪਹਿਲੇ ਉਹਨੇ ਆਪਣੇ ਚੇਲੇ ਭੇਜੇ ਤੇ ਫਿਰ ਚੱਲ ਕੇ ਆਪ ਆਇਆ। ਅਸਲ 'ਚ ਗੱਲ ਕੀ ਸੀ? ਅਸਲ ਦੇ ਵਿੱਚ ਦਸਤਗੀਰ ਫਕੀਰ ਆਪਣੇ ਜੀਵਨ ਦਾ ਜਿਹੜਾ ਲਕਸ਼ ਸੀ, ਉਸ ਲਕਸ਼ ਨੂੰ ਵੇਧਣਾ ਚਾਹੁੰਦਾ ਸੀ, ਪਾਉਣਾ ਚਾਹੁੰਦਾ ਸੀ, ਪਰ ਉਹਨੂੰ ਆਪਣਾ ਜਿਹੜਾ ਭਵਿੱਖ ਹੈ ਉਹ ਬੜਾ ਧੁੰਦਲਾ ਨਜ਼ਰ ਆ ਰਿਹਾ ਸੀ। ਕੁਝ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਅੰਦਰ ਕੁਝ ਸਵਾਲ ਸੀ, ਕੁਝ ਦੁਬਿਧਾਵਾਂ ਸੀ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰ ਸਕਿਆ, ਜਿਨ੍ਹਾਂ ਦੇ ਹੱਲ ਨਹੀਂ ਲੱਭ ਸਕਿਆ। ਫਿਰ ਹੋਇਆ ਕਿ ਗਰੀਬ ਨਵਾਜ ਜੀ ਦੇ ਸਨਮੁਖ ਆਇਆ ਤੇ ਕਹਿਣ ਲੱਗਾ, ਬਾਬਾ ਤੁਹਾਨੂੰ ਪਤਾ ਹੈ ਇੱਥੇ ਸੰਗੀਤ ਜਿਹੜਾ ਗਾਉਣਾ ਵਜਾਉਣਾ ਇਹ ਬਿਲਕੁਲ ਮਨ੍ਹਾ ਹੈ। ਬਾਬਾ ਕਹਿਣ ਲੱਗਾ, ਇਹ ਗਾਉਣਾ ਵਜਾਉਣਾ ਨਹੀਂ ਹੈ, ਲੋਕ ਜਾਣਾ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ ਆ। ਕਹਿਣ ਲੱਗੇ, ਅਸੀਂ ਆਪਣੇ ਮਾਲਕ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਤੇ ਚੰਦ ਬੋਲ ਉਹਦੀ ਸਿਫਤ ਸਲਾਹ ਦੇ ਵਿੱਚ ਕਹੇ ਨੇ, ਇਹਦੇ ਵਿੱਚ ਬੁਰਾ ਵੀ ਕੀ ਹੈ? ਤੇ ਪੀਰ ਨੇ ਕਹਿਣ ਲੱਗਾ, ਤੁਸੀਂ ਮੈਨੂੰ ਫਕੀਰ ਜਾਪਦੇ ਹੋ, ਕਿੱਥੋਂ ਆਏ ਹੋ? ਤੁਹਾਡਾ ਪਹਿਰਾਵਾ, ਤੁਹਾਡੀ ਬੋਲੀ ਸਾਨੂੰ ਦੱਸਦੀ ਹੈ ਕਿ ਤੁਸੀਂ ਹਿੰਦੁਸਤਾਨ ਦੀ ਧਰਤੀ ਤੋਂ ਆਏ ਹੋ, ਹਿੰਦੀ ਫਕੀਰ ਹੋ। ਕਿਉਂਕਿ ਇੱਧਰ ਦੀ ਤੇ ਉੱਧਰ ਦੀ ਜਿਹੜੀ ਭਾਸ਼ਾ ਦਾ ਬੜਾ ਅੰਤਰ ਹੈ, ਕਿਉਂਕਿ ਉੱਧਰ ਸ਼ਾਹਮੁਖੀ ਬੋਲੀ ਜਾਂਦੀ ਹੈ, ਉਰਦੂ ਜ਼ੁਬਾਨ ਹੈ ਜਿਹੜੀ, ਫਾਰਸੀ ਜ਼ੁਬਾਨ ਹੈ ਜਿਹੜੀ, ਅਰਬੀ ਜ਼ੁਬਾਨ ਹੈ ਜਿਹੜੀ, ਉਹ ਉੱਧਰ ਦੀ ਮਾਂ ਬੋਲੀ ਹੈ, ਜਿਵੇਂ ਸਾਡੇ ਇੱਧਰ ਪੰਜਾਬੀ ਮਾਂ ਬੋਲੀ ਹੈ। ਪੀਰ ਬੜਾ ਸਿਆਣਾ ਸੀ ਤੇ ਫਿਰ ਪੀਰ ਨੇ ਉਹਨੂੰ, ਸਤਿਗੁਰੂ ਜੀ ਨੂੰ ਕਹਿਣ ਲੱਗਾ, ਪੀਰ ਕਹਿਣ ਲੱਗਾ ਵੀ ਮੇਰੇ 2-3 ਸਵਾਲ ਨੇ, ਤੁਸੀਂ ਉਹਨਾਂ ਦਾ ਜਵਾਬ ਦਿਓ। ਮੈਨੂੰ ਜਾਪਦਾ ਵੀ ਤੁਸੀਂ ਖੁਦਾ ਨੂੰ ਮੰਨਣ ਵਾਲੇ ਹੋ ਤੇ ਤੁਸੀਂ ਕਿਸੇ ਨੇ ਅੱਜ ਤੱਕ ਇਸ ਤਰ੍ਹਾਂ ਦੀ ਹਿਮਾਕਤ ਨਹੀਂ ਕੀਤੀ ਵੀ ਕੋਈ ਇੱਥੇ ਆ ਕੇ ਤੇ ਸੰਗੀਤ ਵਜਾਵੇ, ਪਰ ਆਪ ਦੇ ਵਿੱਚ ਕੋਈ ਨਾ ਕੋਈ ਬਾਤ ਤੇ ਹੈ। ਆਪ ਮੇਰੇ 3 ਸਵਾਲਾਂ ਦਾ ਜਵਾਬ ਦਿਓ। ਜੇਕਰ ਤੁਸੀਂ ਜਵਾਬ ਦਿੰਦੇ ਹੋ ਤੇ ਮੈਂ ਤੁਹਾਨੂੰ ਪੀਰ ਮੰਨਾਂਗਾ ਕਿ ਤੁਸੀਂ ਵਾਕਈ ਪੀਰ ਹੋ। ਸਾਹਿਬ ਸੱਚੇ ਪਾਤਸ਼ਾਹ ਮੁਸਕਰਾਏ ਤੇ ਉਹਨੇ 3 ਸਵਾਲ ਕੀਤੇ। ਕਹਿਣ ਲੱਗੇ, ਅੱਲਾਹ ਤੋਂ ਪਹਿਲੇ ਕੀ ਸੀ? ਗਰੀਬ ਨਵਾਜ ਇੱਕ ਟੱਕ
ਉਹਦੀ ਬਾਤ ਸੁਣਦੇ ਰਹੇ। ਕਹਿਣ ਲੱਗਾ ਦੂਸਰਾ ਸਵਾਲ, ਅੱਲਾ ਕਿੱਥੇ ਰਹਿੰਦਾ ਹੈ? ਤੀਸਰਾ ਸਵਾਲ, ਕਹਿਣ ਲੱਗੇ ਅੱਲਾ ਕਰਦਾ ਕੀ ਹੈ? ਹੁਣ ਇਹ ਸਵਾਲ ਨੇ ਜਿਹੜੇ ਬੜੇ ਗੰਭੀਰ ਸਵਾਲ ਨੇ, ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦਸਤਗੀਰ ਨੂੰ ਕਿਹਾ, ਕਹਿਣ ਲੱਗੇ ਪੀਰ ਜੀ, ਤੁਹਾਡੇ ਹੱਥ ਵਿੱਚ ਜਿਹੜੀ ਤਸਬੀਹ ਹੈ, ਮਾਲਾ ਜਿਹੜੀ, ਇਸ ਮਾਲਾ ਨੂੰ ਤੋੜ ਦਿਓ। ਉਹਨਾਂ ਨੇ ਮਾਲਾ ਤੋੜੀ, ਮਣਕੇ ਬਿਖਰ ਗਏ। ਕਹਿਣ ਲੱਗੇ ਜੀ ਮਣਕੇ ਗਿਣੋ। ਤੇ ਪੀਰ ਨੇ ਗਿਣਤੀ ਸ਼ੁਰੂ ਕੀਤੀ। ਕਹਿਣ ਲੱਗੇ ਜੀ 1 2 3 4। ਸਤਿਗੁਰੂ ਕਹਿਣ ਲੱਗੇ ਗਲਤ ਗਿਣ ਰਹੇ ਹੋ, ਦੁਬਾਰਾ ਗਿਣੋ। ਪੀਰ ਨੇ ਫਿਰ ਉਹ ਮਣਕੇ ਚੁੱਕੇ, ਕਹਿਣ ਲੱਗੇ 1 2 3 4। ਮਣਕੇ ਗਿਣੇ। ਸਤਿਗੁਰੂ ਕਹਿਣ ਲੱਗੇ ਗਲਤ ਹੈ। ਪੀਰ ਬੜਾ ਸਿਆਣਾ ਸੀ, ਇਸ ਬਾਤ ਨੂੰ ਸਮਝ ਗਿਆ ਕਿ ਇਸ ਬਾਤ ਦੇ ਵਿੱਚ ਕੋਈ ਰਮਜ ਹੈ। ਦੋਨੋਂ ਹੱਥ ਜੋੜ ਕੇ ਕਹਿਣ ਲੱਗਾ ਬਾਬਾ, ਮੈਂ ਗਲਤੀ ਕਰ ਰਿਹਾ, ਪਰ ਜਿੱਥੇ ਮੈਂ ਗਲਤ ਹੋਵਾਂ ਤੁਸੀਂ ਮੈਨੂੰ ਦੱਸ ਦਿਓ ਤੂੰ ਇੱਥੇ ਗਲਤ ਹੈ। ਸਤਿਗੁਰੂ ਕਹਿਣ ਲੱਗੇ ਠੀਕ ਹੈ। ਉਹਨੇ ਪਹਿਲੇ ਮਣਕੇ ਨੂੰ ਹੱਥ ਪਾਇਆ, ਕਹਿਣ ਲੱਗੇ 1। ਸਤਿਗੁਰੂ ਕਹਿਣ ਲੱਗੇ ਰੁਕ ਜਾਓ, ਇੱਥੇ ਤੁਸੀਂ ਗਲਤ ਹੋ। ਕਹਿਣ ਲੱਗਾ ਜੀ ਕਿਵੇਂ? ਕਹਿਣ ਲੱਗੇ 1 ਤੋਂ ਕਿਉਂ ਗਿਣਦੇ ਹੋ? ਕਹਿਣ ਲੱਗੇ ਜੀ ਹੋਰ ਕਿੱਥੇ ਗਿਣਾ? ਕਹਿਣ ਲੱਗੇ 1 ਤੋਂ ਪਹਿਲੇ ਗਿਣੋ, 1 ਤੋਂ ਪਹਿਲਾਂ ਗਿਣੋ। ਉਹ ਕਹਿਣ ਲੱਗੇ ਜੀ 1 ਤੋਂ ਪਹਿਲਾਂ ਕਿਵੇਂ ਗਿਣਾ? ਸੰਖਿਆ ਹੀ 1 ਤੋਂ ਸ਼ੁਰੂ ਹੁੰਦੀ ਹੈ। ਸਾਨੂੰ ਵੀ ਪਤਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੋਈ ਹੈ, ਸਾਹਿਬ ਦਾ ਪਹਿਲਾ ਬਚਨ ਹੈ 1। ਹਿੰਦਸਾ ਹੈ, ਈੜੀ ਸਿਹਾਰੀ ਕੱਕਾ 1 ਨਹੀਂ ਹੈ, ਏਕਾ ਪਾਇਆ ਹੋਇਆ ਹੈ ਰੋਮਨ ਅੰਕ ਦਾ 1। ਦਸਤਗੀਰ ਨੂੰ ਸਤਿਗੁਰੂ ਕਹਿਣ ਲੱਗੇ ਪੀਰ ਜੀ, ਸਭ ਕੁਝ 1 ਤੋਂ ਹੀ ਸ਼ੁਰੂ ਹੁੰਦਾ ਹੈ। ਅੱਲਾਹ 1 ਹੈ ਔਰ ਪੂਰੀ ਹਯਾਤੀ ਦੇ ਅੰਦਰ ਅੱਲਾਹ ਤੋਂ ਪਹਿਲੇ ਕੁਝ ਵੀ ਨਹੀਂ ਸੀ। ਸਤਿਗੁਰੂ ਪਾਵਨ ਬਾਣੀ 'ਚ ਕਹਿੰਦੇ ਨਾ, ਆਦੇਸ ਤਿਸੈ ਆਦੇਸ। ਸਿੱਧਾਂ ਦੀ ਭਾਸ਼ਾ ਹੈ ਆਦੇਸ, ਨਮਸਕਾਰ ਨੂੰ ਕਹਿੰਦੇ ਨੇ। ਸਤਿਗੁਰੂ ਕਹਿਣ ਲੱਗੇ ਮੈਂ ਨਮਸਕਾਰ ਕਰਦਾ ਇਸ ਨੂੰ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਿਹੜਾ ਪ੍ਰਿਥਵੀ ਦੇ ਆਦ ਤੋਂ ਪਹਿਲਾਂ ਦਾ ਬਿਰਾਜਮਾਨ ਹੈ, ਮੈਂ ਉਹਦੇ ਚਰਨਾਂ 'ਚ ਨਮਸਕਾਰ ਕਰਦਾ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮੋ ਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁੰਨੇ ਸੁੰਨ ਰਹਾਏਂਦਾ। ਕਹਿਣ ਲੱਗੇ 1 ਤੋਂ ਪਹਿਲੇ ਕੁਛ ਵੀ ਨਹੀਂ ਸੀ। 1 ਅਕਾਲ ਪੁਰਖ 1 ਹੀ ਹੈ, 1 ਤੋਂ ਹੀ ਸਾਰਾ ਪਸਾਰਾ ਹੋਇਆ ਹੈ। ਏਕੋ ਕਵਾਓ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਸਾਰਾ ਬ੍ਰਹਮਾਂਡ 1 ਤੋਂ ਪੈਦਾ ਹੋਇਆ, 1 ਤੋਂ ਪਹਿਲੇ ਕੁਝ ਵੀ ਨਹੀਂ ਸੀ। ਫਿਰ ਦਸਤਗੀਰ ਕਹਿਣ ਲੱਗਾ ਜੀ ਮੇਰਾ ਦੂਸਰਾ ਸਵਾਲ, ਅੱਲਾ ਕਿੱਥੇ ਰਹਿੰਦਾ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਵਾਸਤੇ ਦੁੱਧ ਮੰਗਾਓ। ਕਿਉਂਕਿ ਬੜੇ ਲੌਜਿਕ ਢੰਗ ਦੇ ਨਾਲ ਸਤਿਗੁਰੂ ਸਮਝਾਉਂਦੇ ਸਨ। ਪੀਰ ਜੀ ਨੇ ਸੋਚਿਆ ਦੂਰੋਂ ਚੱਲ ਕੇ ਆਏ ਨੇ, ਥਕਾਵਟ ਹੋਵੇਗੀ, ਅੱਜ ਵਾਂਗ ਚਾਹਾਂ ਤੇ ਨਹੀਂ ਹੁੰਦੀਆਂ ਸੀ। ਦੁੱਧ ਮੰਗਾਇਆ ਗਿਆ ਤੇ ਦੁੱਧ ਜਦੋਂ ਕਟੋਰੀਆਂ ਦੇ ਵਿੱਚ ਪੀਰ ਜੀ ਨੇ ਪਾਉਣ ਵਾਸਤੇ ਆਪਣੇ ਸ਼ਾਗਿਰਦ ਨੂੰ ਕਿਹਾ,
ਸਾਹਿਬ ਕਹਿਣ ਲੱਗੇ ਕਟੋਰੀਆਂ 'ਚ ਨਾ ਪਾਓ। ਕਹਿਣ ਲੱਗੇ ਇਹਦੇ ਉੱਪਰੋਂ ਢੱਕਣ ਉਤਾਰ ਦਿਓ। ਪੀਰ ਜੀ ਨੂੰ ਕਹਿਣ ਲੱਗੇ ਦੁੱਧ ਵੱਲ ਵੇਖੋ। ਪੀਰ ਜੀ ਨੇ ਦੁੱਧ ਵੱਲ ਵੇਖਿਆ ਤੇ ਅੰਦਰ ਸਵਾਲ ਪੈਦਾ ਹੋ ਗਿਆ, ਹੋ ਸਕਦਾ ਦੁੱਧ ਦੇ ਵਿੱਚ ਕੁਝ ਡਿੱਗਿਆ ਹੋਵੇ, ਕਿਉਂਕਿ ਬੜੀ ਅੰਤਰਜਾਮਤਾ ਵਾਲੇ ਨੇ। ਪਰ ਚੰਗੀ ਤਰ੍ਹਾਂ ਗੌਰ ਨਾਲ ਵੇਖਿਆ, ਦੁੱਧ ਬਿਲਕੁਲ ਸਾਫ਼ ਸੀ। ਕਹਿਣ ਲੱਗੇ ਜੀ ਇਹ ਦੁੱਧ ਹੈ। ਕਹਿਣ ਲੱਗੇ ਕੁਛ ਨਜ਼ਰ ਆ ਰਿਹਾ? ਪੀਰ ਕਹਿਣ ਲੱਗਾ ਜੀ ਇਕੱਲਾ ਦੁੱਧ ਹੀ ਨਜ਼ਰ ਆਉਂਦਾ ਹੈ। ਸਤਿਗੁਰੂ ਕਹਿਣ ਲੱਗੇ ਇਹਦੇ 'ਚ ਘਿਓ ਨਜ਼ਰ ਨਹੀਂ ਆਉਂਦਾ, ਇਹਦੇ 'ਚ ਮੱਖਣੀ ਨਜ਼ਰ ਨਹੀਂ ਆਉਂਦੀ, ਇਹਦੇ 'ਚ ਦਹੀਂ ਨਜ਼ਰ ਨਹੀਂ ਆਉਂਦਾ? ਕਹਿਣ ਲੱਗਾ ਜੀ ਨਹੀਂ। ਸਾਹਿਬ ਦਾ ਬਚਨ ਹੈ, ਸਾਹਿਬ ਕਹਿੰਦੇ ਸਗਲ ਬਨਸਪਤ ਮਹਿ ਬੈ ਸੰਤਰ। ਦਰਖਤ ਭਾਵੇਂ ਹਰਾ ਹੋਵੇ ਤੇ ਭਾਵੇਂ ਸੁੱਕਾ ਹੋਵੇ, ਹਰ ਇੱਕ ਦਰਖਤ ਦੇ ਅੰਦਰ ਅੱਗ ਹੁੰਦੀ ਹੈ। ਹਰ ਇੱਕ ਦਰਖਤ ਦੇ ਅੰਦਰ ਜਦੋਂ ਦਰਖਤ ਹਰਾ ਹੁੰਦਾ ਹੈ, ਉਹਨੂੰ ਕੱਟਿਆ ਜਾਂਦਾ ਹੈ, ਸੁਕਾਇਆ ਜਾਂਦਾ ਹੈ, ਤਾਂ ਉਹਦੇ ਅੰਦਰ ਅੱਗ ਬਿਰਾਜਮਾਨ ਹੁੰਦੀ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ। ਘਟ ਘਟ ਅੰਦਰ ਜੋਤ ਸਮਾਣੀ, ਸਭੈ ਘਟ ਰਾਮ ਬੋਲੇ। ਕਹਿਣ ਲੱਗੇ ਅੱਲਾ ਬਾਹਰ ਕਿਤੇ ਨਹੀਂ ਰਹਿੰਦਾ। ਪੀਰ ਜੀ ਕਹਿਣ ਲੱਗੇ ਮੈਂ ਤੇ ਸੁਣਿਆ ਸੀ ਵੀ ਉਹ 7ਵੇਂ ਅਸਮਾਨ ਤੇ ਰਹਿੰਦਾ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪੀਰ ਜੀ ਅੱਲਾ ਤੇਰੇ ਅੰਦਰ ਵਸਦਾ ਹੈ, ਅੱਲਾ ਤੇਰੇ ਅੰਦਰ ਵਸਦਾ ਹੈ। ਜਿੰਨੀ ਸਾਰੀ ਉਮਤ ਹੈ, ਜਿਤਨੀ ਜੋਤ ਹੈ, ਸਭ ਮੈਂ ਜੋਤ। ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਆ ਜਿੰਨੀਆਂ ਜੋਤਾਂ ਜਗ ਰਹੀਆਂ ਨਾ, ਸਾਰੀਆਂ ਦੇ ਅੰਦਰ ਅੱਲਾ ਦਾ ਨੂਰ ਹੈ। ਖਾਕ ਨੂਰ ਕਰਦੰ ਆਲਮ ਦੁਨੀਆਏ, ਆਸਮਾਨ ਜਿਮੀ ਦਰਖਤ ਆਬ ਪੈਦਾਸ਼ ਖੁਦਾਏ, ਬੰਦੇ ਚਸ਼ਮ ਦੀਦਿੰ ਫੈਨਾਏ। ਐ ਮਨੁੱਖ, ਗੁਰੂ ਅਰਜਨ ਸਾਹਿਬ ਕਹਿੰਦੇ ਆਪਣੀਆਂ ਅੱਖਾਂ ਨਾਲ ਵੇਖ। ਅਕਾਲ ਪੁਰਖ ਵਾਹਿਗੁਰੂ ਕਿਤੇ ਦੂਰ ਨਹੀਂ ਰਹਿੰਦਾ, ਤੇਰੇ ਅੰਦਰ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ। ਤੀਸਰਾ ਸਵਾਲ, ਕਹਿਣ ਲੱਗੇ ਅੱਲਾ ਕਰਦਾ ਕੀ ਹੈ? ਗਰੀਬ ਨਵਾਜ਼ ਕਹਿਣ ਲੱਗੇ ਪੀਰ ਜੀ ਤੁਹਾਡੇ ਸਵਾਲ ਦਾ ਮੈਂ ਜਵਾਬ ਦੇ ਦਿਆਂਗਾ, ਤੁਸੀਂ ਮੇਰੀ ਵਾਲੀ ਜਗ੍ਹਾ ਤੇ ਆ ਜਾਓ। ਇੱਥੇ ਬਹੁਤ ਸਾਰੇ ਚੇਲੇ ਮੁਰੀਦ ਬੈਠੇ ਨੇ ਤੇ ਪੀਰ ਦੇ ਸਿੰਘਾਸਣ ਤੇ ਜਾ ਕਰਕੇ ਗਰੀਬ ਨਵਾਜ਼ ਬੈਠ ਗਏ ਨੇ। ਸਾਰੇ ਚੇਲੇ ਸਤਿਗੁਰੂ ਵੱਲ ਵੇਖਣ ਲੱਗ ਪਏ ਨੇ ਤੇ ਮਨ ਦੇ ਵਿੱਚ ਥੋੜ੍ਹਾ ਸ਼ੰਕਾ ਜਿਹਾ ਵੀ ਹੋਇਆ, ਜਿਵੇਂ ਮਾਧੋ ਦਾਸ ਬੈਰਾਗੀ ਦੇ ਚੇਲਿਆਂ ਨੂੰ ਹੋਇਆ ਸੀ ਜਦੋਂ 10ਵੇਂ ਗੁਰੂ ਨਾਨਕ ਜਾ ਕੇ ਉਹਦੇ ਬੈੱਡ ਦੇ ਉੱਤੇ ਬੈਠ ਗਏ। ਇੱਥੇ ਗੁਰੂ ਨਾਨਕ ਸਾਹਿਬ ਜਦੋਂ ਪੀਰ ਦੇ ਬੈੱਡ ਦੇ ਉੱਤੇ ਬੈਠੇ ਤੇ ਫਿਰ ਸਾਰਿਆਂ ਨੂੰ ਇੱਦਾਂ ਲੱਗਿਆ ਵੀ ਇਹ ਪੀਰ ਜੀ ਦੀ ਜਗ੍ਹਾ ਤੇ ਬੈਠਾ। ਪੀਰ ਨੂੰ ਕੋਈ ਇਤਰਾਜ਼ ਨਹੀਂ ਸੀ। ਪੀਰ ਚਾਹੁੰਦਾ ਸੀ ਮੈਨੂੰ ਮੇਰੇ ਜੀਵਨ ਦੀ ਸੱਚਾਈ ਮਿਲ ਜਾਏ। ਪੀਰ ਜੀ ਥੱਲੇ ਬੈਠ ਗਏ, ਸਤਿਗੁਰੂ ਜੀ ਉੱਪਰ ਬੈਠ ਗਏ। ਕਹਿਣ ਲੱਗੇ ਜੀ ਅੱਲਾ ਕਰਦਾ ਕੀ ਹੈ? ਉਹ ਕਹਿਣ ਲੱਗੇ ਹਜੇ ਸਮਝ ਨਹੀਂ ਆਈ। ਖਿਨ ਮੈਂ ਰਾਓ ਰੰਕ ਕਰ ਡਾਰੇ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਵਿਵਹਾਰੇ। ਕਹਿਣ ਲੱਗੇ ਖਲ ਮੂਰਖ ਕੋ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਹਾ। ਸਤਿਗੁਰੂ ਕਹਿੰਦੇ ਅੱਲਾ ਹੀ ਕੰਮ ਕਰਦਾ ਹੈ। ਗਰੀਬ ਨੂੰ ਅਮੀਰ ਕਰ ਦਿੰਦਾ ਛਿਨਾਂ ਦੇ ਵਿੱਚ ਤੇ ਅਮੀਰਾਂ ਤੋਂ ਭੀਖ ਮੰਗਾ ਦਿੰਦਾ ਹੈ। ਇਹ ਅੱਲਾ ਦਾ ਕੰਮ ਹੈ। ਤੇ ਫਿਰ ਦਸਤਗੀਰ ਨੇ ਦੋਨੋਂ ਹੱਥ ਜੋੜ ਕੇ ਇੱਕ ਬਾਤ ਕਹੀ। ਕਹਿਣ ਲੱਗੇ ਮੈਨੂੰ ਸਾਰੇ ਪੀਰ ਕਹਿੰਦੇ ਨੇ, ਮੈਨੂੰ ਫਕੀਰ ਜੀ ਕਹਿੰਦੇ ਨੇ ਸਾਰੇ। ਤੇ ਫਿਰ ਉਹਨੇ ਅਰਬੀ ਜ਼ੁਬਾਨ ਦੇ ਵਿੱਚ ਸਤਿਗੁਰੂ ਨੇ ਇੱਕ ਸਵਾਲ ਕੀਤਾ। ਕਹਿਣ ਲੱਗੇ ਫਕੀਰੀ ਚੀਸ਼ਤ, ਐ ਬਾਬਾ ਮੈਨੂੰ ਦੱਸ ਫਕੀਰੀ ਕੀ ਹੈ? ਫਕੀਰੀ ਚੀਸ਼ਤ ਕੀ ਚੀਜ਼ ਹੈ ਫਕੀਰੀ? ਤੇ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਇਫਤਦਾਏ ਫਕੀਰੀ
फनास्त, इंतहाए फकीरी बकास्त। कहने लगी फकीरी है आपे नूं मिटाउणा, आपे भाव दा त्याग करना, अपनी होंद नूं मिटा देना। किस तरह? बंदगी करदियां करदियां उस अल्लाह का रूप हो जाना। ज्योति जोत रली संपूर्ण थी आराम। ते दस्तगीर पीर ने दोनों हथ जोड़ के बाबे के चरणों के नमस्कार किए। सो समय की नज़ाकत में वेखद्या 5 मिनट का समा वधीक होया। मैं समा का इजाज़ कहाँ। महाराज सच्चे पातशाह जी गरीब नवाज रहमत बख्शिश करन, सबना के सिर पर मेहर भरिया हथ रखन। सो इन्नी कुछ बेनती आप जी ने प्रवान करनी। भुल चुक की खिमा। गुरु नानक साहब गरीब नवाज जी के पावन मुबारक आगमन पुरब दिवस की सारिਆਂ ਨੂੰ ਲੱਖ ਲੱਖ ਵਧਾਈ ਹੋਵੇ। सतगुरु जी रहमत करे सबना नूं बाणी ते बाणे दा प्यार बख्शे जी। भुल्लां चुकां दी खिमा। दोनों हाथ जोड़िए, गज के फतेह बुलाइए जी। वाहिगुरू जी का खालसा, वाहिगुरू जी की